सब दर्शकों का स्वागत है। इस वे ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਵਿਖੇ ਬੀਜੇਪੀ ਦੇ ਇੱਕ ਸੂਝਵਾਨ ਲੀਡਰ ਜਿਹੜੇ ਕਿ ਪੰਜਾਬ ਕਾਰਜਕਾਰਨੀ ਸਦੱਸਿਆ ਦੇ ਇੱਕ ਮੈਂਬਰ ਵੀ ਨੇ ਔਰ ਅਸੀਂ ਅੱਜ ਉਹਨਾਂ ਦੇ ਨਾਲ ਗੱਲਾਂ ਕਰਾਂਗੇ ਜੋ ਵੀ ਇਸ ਵੇਲੇ ਬੀਜੇਪੀ ਅਕਾਲੀ ਦਲ ਜਿਹੜਾ ਇੱਕ ਗੱਠਜੋੜ ਜਿਹੜਾ ਟੁੱਟਿਆ ਹੈ ਕੁਝ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਤੇ ਕੁਝ ਜੋ ਇੱਕ ਯੂਪੀ ਦੇ ਵਿੱਚ ਇੱਕ ਦਲਿਤ ਲੜਕੀ ਨਾਲ ਜੋ ਵੀ ਇੱਕ ਗੈਂਗ ਰੇਪ ਤੋਂ ਬਾਅਦ ਜਿਹੜੀ ਉਹਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ ਉੱਥੇ ਸਰਕਾਰਾਂ ਕੀ ਪਾਲਿਸੀ ਬੀਜੇਪੀ ਦਾ ਕੀ ਏਜੰਡਾ ਲੈ ਕੇ ਚੱਲ ਰਹੀ ਹੈ ਕਿਉਂਕਿ ਇਸ ਵੇਲੇ ਸਵਾਲ ਜਿਹੜੇ ਉੱਠ ਰਹੇ ਨੇ ਇਸ ਵੇਲੇ ਬੀਜੇਪੀ ਦੇ ਉੱਠ ਰਹੇ ਨੇ ਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਾਡਾ ਨਾਮ ਸ਼੍ਰੀ ਅਨੰਤ ਭੰਡਾਰੀ ਜੀ। ਸਰ ਨਮਸਕਾਰ ਜੀ, ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਸਵਾਗਤ ਹੈ। ਨਮਸਕਾਰ ਜੀ। ਤੇ ਕੀ ਕਹਿਣਾ ਚਾਹੋਗੇ ਸਰ ਜਿਹੜਾ ਇੱਕ ਗਠਬੰਧਨ ਜਿਸ ਨੂੰ ਜਿਹੜਾ ਆਪਾਂ ਬੀਜੇਪੀ ਅਕਾਲੀ ਦਲ ਜਿਹੜਾ ਇੱਕ ਕਈ ਸਾਲਾਂ ਤੋਂ ਇੱਕ ਅਲਾਈਅੰਸ ਹੈ ਕਿ ਚੱਲ ਰਹੀ ਸੀ ਅੱਜ ਟੁੱਟ ਚੁੱਕੀ ਹੈ ਔਰ ਉਹਨਾਂ ਨੇ ਕੱਲ ਪਰਸੋਂ ਜਿਹੜੀਆਂ ਵੱਡੀਆਂ ਰੈਲੀਆਂ ਵੀ ਕੱਢ ਕੇ ਜਿਹੜਾ ਆਪਣਾ ਰੋਸ ਪ੍ਰਗਟ ਕੀਤਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਆਮ ਜਨਤਾ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਹੈ ਸਾਰਾ ਕੁਝ ਹੈ ਕੀ ਬੇਸਿਕਲੀ? ਪਹਿਲੇ ਤਾਂ ਮੈਂ ਫੋਕਸ 24/7 ਨਿਊਜ਼ ਚੈਨਲ ਜਿਹੜਾ ਬੜੀਆਂ ਹੀ ਅੱਛੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਂਦਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਉਹ ਆਪਣੇ ਛੋਟੇ ਜਿਹੇ ਕਾਰਜਕਾਲ ਦੇ ਵਿੱਚ ਮੈਨੂੰ ਇੱਕ ਐਸਾ ਸਮਝਦੇ ਆ ਕਿ ਮੇਰੇ ਕੋਲ ਆਪਣੀ ਪ੍ਰਤੀਕਿਰਿਆ ਲੈਣ ਆਏ ਆ। ਥੈਂਕ ਯੂ ਵੈਰੀ ਮਚ ਜੀ। ਜੀ ਸਰ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਇਹ ਕਿਸਾਨ ਬਿੱਲ ਦੇ ਉੱਤੇ ਜਿਹੜੇ ਵਿਰੋਧੀ ਪਾਰਟੀਆਂ ਸਾਡੀ ਹੀ ਅਲਾਈਅੰਸ ਪਾਰਟੀ ਜੀ ਜੀ ਅਕਾਲੀ ਦਲ ਜੀ ਦੀ ਕੀ ਪ੍ਰਤੀਕਿਰਿਆ ਵਾ, ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਵਾ। ਜੀ ਜੀ ਦੇਖੋ ਉਹਨਾਂ ਦਾ ਸਿਰਫ ਇੱਕੋ ਮਤਲਬ ਆ ਰਾਜਨੀਤੀ। ਜੀ ਉਹ ਰਾਜਨੀਤੀ ਕਰਨ ਆਏ ਆ ਜੀ ਔਰ ਦੇਸ਼ ਦਾ ਪ੍ਰਧਾਨ ਮੰਤਰੀ ਪ੍ਰਧਾਨ ਸੇਵਕ ਦੇ ਰੂਪ ਦੇ ਵਿੱਚ ਸੇਵਾ ਕਰਨ ਆਇਆ। ਜੀ ਜੀ ਜਦ ਤੱਕ ਤਾਂ ਉਹਨਾਂ ਦੀ ਦਾਲ ਗਲ ਰਹੀ ਸੀਗੀ ਸਾਡੇ ਨਾਲ, ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਸਾਨੂੰ ਫਾਇਦਾ ਵਾ ਇਹਨਾਂ ਨਾਲ, ਤਾਂ ਉਹ ਸਾਡੇ ਨਾਲ ਉਹਨਾਂ ਨੇ ਗੱਠਜੋੜ ਰੱਖਿਆ। ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਬੀਬੀ ਹਰਸਿਮਰਤ ਕੌਰ ਸਾਡੀ ਵੱਡੀ ਭੈਣ, ਅਸੀਂ ਤਾਂ ਅੱਜ ਵੀ ਉਹਨਾਂ ਨੂੰ ਵੱਡੀ ਭੈਣ ਹੀ ਸਮਝਾਂਗੇ ਕਿਉਂਕਿ ਮਨਭੇਦ ਔਰ ਮਤਭੇਦ 'ਚ ਫਰਕ ਹੁੰਦਾ। ਜੀ ਪੋਲੀਟੀਕਲ ਅਲਾਈਅੰਸਿਸ ਆ ਇਹ ਕਦੀ ਵੀ ਬਣ ਜਾਂਦੇ ਆ, ਕਦੀ ਵੀ ਟੁੱਟ ਜਾਂਦੇ ਆ। ਅੱਜ ਉਹਨਾਂ ਨੇ ਜਿਹੜਾ ਇੱਕ ਬਹੁਤ ਵੱਡੀ ਇੱਕ ਸਾਨੂੰ ਦੁਖਦਾਇਕ ਘਟਨਾ ਵਾ ਪੂਰੇ ਪੰਜਾਬ ਲਈ, ਕਾਂਗਰਸ ਕੁਝ ਕਰੇ ਸਮਝ ਆਉਂਦੀ ਆ। ਜਿਹੜਾ ਆਦਮੀ ਸਾਡਾ ਅਲਾਈਅੰਸ ਦਾ ਅਕਾਲੀ ਦਲ ਦਾ ਉੱਥੇ ਸਾਡੀ ਇੱਕ ਸੈਂਟਰ ਗਵਰਨਮੈਂਟ ਦੇ ਵਿੱਚ ਉਹਨਾਂ ਦਾ ਨੁਮਾਇੰਦਾ ਬਣ ਕੇ ਬੀਬੀ ਹਰਸਿਮਰਤ ਕੌਰ ਫੈਸਲਾ ਲੈ ਰਹੀ ਸੀ। ਤੁਸੀਂ ਵੀਡੀਓ ਵੀ ਦੇਖੀਆਂ ਹੋਣਗੀਆਂ ਉਹਨਾਂ ਦੀਆਂ ਕਿ ਉਹਨਾਂ ਨੇ ਬਾਦਲ ਸਾਹਿਬ ਆਪਣੇ ਪੇਜ ਤੇ ਲਿਖ ਰਹੇ ਆ ਕਿ ਇਹ ਬਹੁਤ ਵਧੀਆ ਬਿੱਲ ਆ, ਇਹ ਲੋਕਾਂ ਨੂੰ ਇੱਕ ਰੈਵੋਲੂਸ਼ਨ ਲਿਆ ਦੇਣਗੇ, ਇਹ ਕਿਸਾਨਾਂ ਦਾ ਟਰਾਂਸਫਾਰਮੇਸ਼ਨ ਹੋ ਜਾਏਗੀ। ਜਿਹੜੀ 70 ਸਾਲ ਦੀ ਦੇਸ਼ ਦੀ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਪਹਿਲੀ ਵਾਰੀ ਇਹ ਬਿੱਲ ਐਸਾ ਬਣਿਆ ਜਿਹਦੇ ਵਿੱਚ 2025 ਤੱਕ ਮੋਦੀ ਜੀ ਨੇ ਜਿਹੜਾ ਆਪਣੀ ਮੈਨੀਫੈਸਟੋ 'ਚ ਇਲੈਕਸ਼ਨ ਮੈਨੀਫੈਸਟੋ 'ਚ ਕਿਹਾ ਸੀਗਾ ਕਿ ਮੈਂ ਕਿਸਾਨ ਦਾ ਇਨਕਮ ਡਬਲ ਕਰ ਦੇਣੀ ਆ, ਤਾਂ ਉਹਦੇ ਲਈ ਇਹ ਪਹਿਲਾਂ ਬਿੱਲ ਆਇਆ, ਉਸ ਤੋਂ ਬਾਅਦ ਇਹ ਦੋਨੋਂ ਸਭਾ 'ਚ ਪਾਸ ਹੋ ਗਿਆ ਔਰ ਐਕਟ ਬਣ ਗਿਆ। ਇਹ ਤਾਂ ਮੈਂ ਤਾਂ ਸਿੱਧੀ ਲੋਕੀ ਬੜੇ ਸਮਝਦਾਰ ਆ। ਅੱਜ ਹਰ ਪਿੰਡ ਦਾ ਬੰਦਾ, ਸ਼ਹਿਰ ਦਾ ਬੰਦਾ ਇਹ ਸਮਝਦਾ ਕਿ ਇਹ ਕੀ ਹੋ ਰਿਹਾ। ਜੀ ਜੀ ਰਾਜਨੀਤੀ ਤੋਂ ਇਲਾਵਾ ਕਿਸੇ ਕੋਈ ਮੁੱਦਾ ਨਹੀਂ। ਅਕਾਲੀ ਦਲ ਰਾਜਨੀਤੀ ਕਰ ਰਹੀ ਆ, ਕਾਂਗਰਸ ਰਾਜਨੀਤੀ ਕਰ ਰਹੀ ਆ, ਆਮ ਆਦਮੀ ਪਾਰਟੀ ਰਾਜਨੀਤੀ ਕਰ ਰਹੀ। ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਤਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉੱਪਰ ਕੇਂਦਰ 'ਚ ਸਰਕਾਰ ਬੈਠੀ ਆ, ਉਹਨਾਂ ਦਾ ਇੱਕੋ ਹੀ ਸੋਚ ਆ, ਨਰਿੰਦਰ ਭਾਈ ਮੋਦੀ ਜੀ ਦੀ ਇੱਕੋ ਹੀ ਸੋਚ ਆ ਕਿ ਮੈਂ ਦੇਸ਼ ਨੂੰ ਸਿਰਫ ਉੱਪਰ ਲੈ ਕੇ ਜਾਣਾ ਵਾ। ਉਹਦੇ ਵਿੱਚ ਤੁਸੀਂ ਇਹ ਦੇਖੋ 24 ਘੰਟਿਆਂ ਦੇ ਵਿੱਚੋਂ 18 ਘੰਟੇ ਬੰਦਾ ਦੇਸ਼ ਲਈ ਸਮਰਪਿਤ। ਜੀ ਜੀ ਔਰ ਅੱਜ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ, ਪੰਜਾਬ ਇੱਕ ਨੋ ਡਾਊਟ ਬੜੀ ਇਸ ਵੇਲੇ ਮੁਸ਼ਕਲ ਘੜੀ 'ਚ ਆ ਕਿਉਂਕਿ ਸਾਰੀਆਂ ਹੀ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਵਾ ਉਹਨਾਂ ਨੇ ਇੱਕ ਮੁੱਦਾ ਬਣਾ ਲਿਆ ਵਾ ਕਿ ਇਹਨੂੰ ਅਸੀਂ ਕਿਸੇ ਤਰ੍ਹਾਂ ਦਾ ਇੱਦਾਂ ਦਾ ਭਰਮਜਾਲ ਬਣਾਉਣਾ, ਲੋਕਾਂ ਦੇ ਵਿੱਚ ਇੱਦਾਂ ਦਾ ਭਰਮਜਾਲ ਫਸਾ ਦੇਣਾ ਕਿ ਲੋਕੀ ਸੱਚ ਨੂੰ ਵੀ ਝੂਠ ਸਮਝਣ ਲੱਗ ਪੈਣ। ਇੱਦਾਂ ਦਾ ਹਾਲਾਤ ਪੈਦਾ ਕੀਤੀ ਜਾ ਰਹੀ ਆ। ਤੇ ਇਹ ਉਹਨਾਂ ਨੂੰ ਆਪਣੇ ਗਰੇਬਾਨ 'ਚ ਸੋਚਣਾ ਚਾਹੀਦਾ, ਅਕਾਲੀ ਦਲ ਨੂੰ ਵੀ ਸੋਚਣਾ ਚਾਹੀਦਾ, ਕਾਂਗਰਸ ਨੂੰ ਵੀ ਕਿ ਉਹ ਪੰਜਾਬੀਅਤ ਦੀ ਹੱਕ 'ਚ ਗੱਲ ਕਰ ਰਹੇ ਆ ਜਾਂ ਪੰਜਾਬੀਅਤ ਦੇ ਵਿਰੋਧ 'ਚ ਗੱਲ ਕਰ ਰਹੇ ਆ। ਤਾਂ ਮੇਰੀ ਵਿਨਮਰ ਬੇਨਤੀ ਆ ਉਹਨਾਂ ਲੋਕਾਂ ਨੂੰ ਕਿ ਪਲੀਜ਼ ਪੰਜਾਬੀਅਤ ਨੂੰ ਬਚਾਉਣਾ, ਕਿਸਾਨ ਭਰਾ ਨੂੰ ਬਚਾਉਣਾ ਵਾ ਤਾਂ ਪਲੀਜ਼ ਇਦਾਂ ਦਾ ਵਿਰੋਧ ਨਾ ਕਰੋ। ਰਾਜਨੀਤੀ ਤਾਂ ਆਂਦੀ ਰਹਿਣੀ ਆ ਸਰਕਾਰ। ਸਰ ਇੱਕ ਨਾ ਹੋਰ ਇੱਥੇ ਦੇਖਣ ਚ ਆਇਆ ਕਿਸਾਨਾਂ ਨਾਲ, ਅਸੀਂ ਵੀ ਪਿਛਲੇ ਦਿਨ ਜਦੋਂ ਇਹ ਇੱਕ ਪ੍ਰੋਟੈਸਟ ਕੀਤਾ ਗਿਆ ਕਿਸਾਨਾਂ ਵੱਲੋਂ, ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਬਿੱਲ ਪਾਸ ਹੋਇਆ, ਬਿੱਲ ਜਿਹੜਾ ਇਹਦੇ ਵਿੱਚੋਂ ਜਿਹੜੇ ਆੜ੍ਹਤੀਏ ਨੇ ਉਹਨਾਂ ਨੂੰ ਬਾਈਪਾਸ ਕੀਤਾ ਜਾਏਗਾ। ਪਹਿਲੇ ਕਿ ਉਹਨਾਂ ਨੂੰ ਇੱਕ ਰੁਝੇਵਾਂ ਦਿੱਤਾ ਜਾਏਗਾ ਕਿ ਤੁਹਾਨੂੰ ਇੰਨੇ ਪੈਸੇ, ਜਦੋਂ ਇਹ ਇੱਕ ਇਹਨੂੰ ਆਦਤ ਪੈ ਜਾਏਗੀ ਜਾਂ ਇਹ ਡਿਪੈਂਡ ਹੋ ਜਾਣਗੇ, ਫਿਰ ਇਹਨਾਂ ਨੂੰ ਜਿਹੜਾ ਇਹ ਕਾਲਾ ਕਾਨੂੰਨ ਜਿਹੜਾ ਲਾਗੂ ਕਰ ਦਿੱਤਾ ਜਾਏਗਾ, ਜਿਹਦੇ ਵਿੱਚ ਕਿ ਉਹ ਇੱਕ ਕੰਪਲੇਂਟ ਸਿਰਫ ਡੀਸੀ ਤੋਂ ਉੱਤੇ ਕਿਸੇ ਵੀ ਕੰਪਲੇਂਟ ਨਹੀਂ ਦੇ ਸਕਦੇ। ਦੇਖੋ ਗੱਲ ਇਦਾਂ, ਕੱਲ ਨੂੰ ਅਗਰ ਕੋਈ ਕੁਦਰਤੀ ਆਫਤ ਆ ਜਾਂਦੀ ਹੈ, ਕੁਝ ਆ ਜਾਂਦਾ, ਉਹਦਾ ਜਿਹੜਾ ਸਭ ਕੁਝ ਝੇਲਣਾ ਪੈਣਾ ਉਹ ਕਿਸਾਨ ਦੇ ਉੱਤੇ ਥੋਪ ਦਿੱਤਾ ਸਰਕਾਰ ਨੇ, ਤਾਂ ਕਿ
ਉਹਦੇ ਲਈ ਇੱਕ ਪ੍ਰਾਵਧਾਨ ਹੋਣਾ ਚਾਹੀਦਾ ਕਿ ਅਗਰ ਉਹਦਾ ਨੁਕਸਾਨ ਹੋਇਆ ਜਾਂ ਉਹਦੀ ਭਰਪਾਈ ਕੌਣ ਕਰੇਗਾ, ਉਹ ਚੀਜ਼ ਦਾ ਸੰਵਿਧਾਨ ਜਿਹੜਾ ਪੀਐਮ ਸਾਹਿਬ ਨੇ ਉਹਦੇ ਵਿੱਚ ਨਹੀਂ ਨੋਟਿਸ ਕੀਤਾ। ਦੇਖੋ ਸਭ ਤੋਂ ਵੱਡੀ ਗੱਲ ਤੁਸੀਂ ਜਿਹੜੀ ਗੱਲ ਕਹੀ ਆ, ਬੜਾ ਬਿਹਤਰੀਨ ਮੁੱਦਾ ਚੁੱਕਿਆ ਵਾ ਜੀ ਅਖੀਰ ਜਿਸ ਸ਼ਹਿਰ ਦੇ ਵਿੱਚ ਉਹ ਪ੍ਰੋਬਲਮ ਆਈ ਆ ਜੀ ਜੀ ਉਹਦਾ ਡਿਪਟੀ ਕਮਿਸ਼ਨਰ, ਜਿਹਨੂੰ ਕਲੈਕਟਰ ਕਹਿ ਲਵਾਂਗੇ, ਯੂਪੀ ਬਿਹਾਰ ਦੇ ਵਿੱਚ ਉਹਨੂੰ ਕਲੈਕਟਰ ਕਿਹਾ ਜਾਂਦਾ ਵਾ, ਇੱਥੇ ਡਿਪਟੀ ਕਮਿਸ਼ਨਰ ਕਿਹਾ ਜਾਂਦਾ ਜਾਂ ਐਸਡੀਐਮ ਕੋਰਟ ਜਿਹੜੀ ਹੁੰਦੀ ਆ, ਉਹ ਜਿਹੜੇ ਸ਼ਹਿਰ ਦੇ ਮੁੱਦੇ ਜਾਂ ਜ਼ਿਲ੍ਹੇ ਦੇ ਮੁੱਦੇ ਹੁੰਦੇ ਆ ਉਹ ਹਮੇਸ਼ਾ ਹੀ ਉਹੀ ਕਲੀਅਰ ਕਰਦੇ ਆ। ਉਹਨਾਂ ਨੂੰ ਫੁੱਲ ਫਲੈਜ ਪਾਵਰ ਦੇ ਦਿੱਤੀ ਗਈ ਆ ਕਿ ਤੁਸੀਂ 30 ਦਿਨ ਦੇ ਅੰਦਰ ਅੰਦਰ ਜੀ ਇਹਦਾ ਜਿਹੜਾ ਵੀ ਪ੍ਰੋਬਲਮ ਆਏਗੀ ਉਹ ਉਹਨੂੰ ਰਿਜ਼ੋਲਵ ਕਰਨਗੇ। ਉਹਦਾ 30 ਦਿਨ ਦੇ ਭੀਤਰ ਉਹ ਸਾਰਾ ਰੈਜ਼ੋਲੂਸ਼ਨ ਕੱਢਿਆ ਜਾਏਗਾ। ਔਰ ਤੁਸੀਂ ਇੱਕ ਗੱਲ ਦੇਖੋ, ਸਰਕਾਰ ਨੇ ਇਦਾਂ ਦਾ ਨਿਯਮ ਬਣਾਇਆ ਕਿ 72 ਘੰਟਿਆਂ ਦੇ ਵਿੱਚ ਸਰਕਾਰ ਕਿਸਾਨ ਦਾ ਪੈਸਾ ਕਿਸਾਨ ਦੀ ਜੇਬ 'ਚ ਹੋਏਗਾ ਜੀ। ਔਰ ਤੁਸੀਂ ਗੱਲ ਜਿਹੜੀ ਕਹਿ ਰਹੇ ਹੋ ਕਿ ਮੰਡੀਆਂ ਬੰਦ ਹੋ ਜਾਣਗੀਆਂ, ਆੜ੍ਹਤੀਆਂ ਵਿੱਚੋਂ ਬਾਹਰ ਕੱਢਣ, ਬਿਲਕੁਲ ਐਸੀ ਗੱਲ ਕੋਈ ਨਹੀਂ ਹੈਗੀ। ਤੁਸੀਂ ਬਿੱਲ ਪੜ੍ਹੋ, ਤੁਸੀਂ ਆਪਣੇ ਗੂਗਲ 'ਤੇ ਜਾ ਕੇ ਸਾਰਾ ਸਟੱਡੀ ਕਰੋ, ਉਹ 'ਚ ਕਲੀਅਰ ਕੱਟ ਕਿਹਾ ਗਿਆ ਵਾ ਕਿ ਤੁਸੀਂ ਅਗਰ ਕਿਸਾਨ ਚਾਹਣ, ਕਿਸਾਨ ਨੂੰ ਫ੍ਰੀडम ਦਿੱਤੀ ਗਈ ਆ ਕਿ ਕਿਸਾਨ ਚਾਹਣ ਚਾਹੇ ਉਹ ਮੰਡੀ ਦੇ ਆੜ੍ਹਤੀ ਦੇ ਥਰੂ ਵੇਚ ਲੈਣ ਤੇ ਜਾਂ ਉਹ ਬਾਹਰ ਓਪਨ ਮਾਰਕੀਟ 'ਚ ਜਾ ਕੇ ਜੋ ਮਰਜ਼ੀ ਵੇਚ ਲੈਣ। ਨਜ਼ਰ ਆ ਰਿਹਾ ਜੀ ਕਿ ਕਾਰਪੋਰੇਟ ਹਾਊਸ ਜਿਹੜੇ ਬਣਾਏ ਜਾ ਰਹੇ ਨੇ ਉਹਨਾਂ ਨਾਲ ਡੀਲਿੰਗ ਸਭ ਕਿਸਾਨ ਕਰੇਗੇ ਕਿ ਜਿਹੜੇ ਕਿ ਨੀਰੂ ਭਾਈ ਅੰਬਾਨੀ ਵਗੈਰਾ ਜਾਂ ਅਨਿਲ ਅੰਬਾਨੀ ਦੇ ਨੇ ਸਾਰੇ। ਦੇਖੋ ਮੇਰੀ ਗੱਲ ਸੁਣੋ, ਜਦੋਂ ਸਰਕਾਰ ਨੇ ਓਪਨ ਕਰ ਦਿੱਤਾ ਜੀ ਤੇ ਕਿਹਦੇ ਲਈ ਕੀਤਾ? ਜੀ ਇਹ ਕਿਸਾਨਾਂ ਲਈ ਕੀਤਾ। ਓਪਨ ਆਣਗੇ, ਜੇ ਮੈਂ ਕਹਿੰਦਾ ਵੱਡੇ ਵੱਡੇ ਘਰਾਣੇ ਆ ਵੀ ਜਾਂਦੇ ਆ ਜੀ ਕੰਟਰੈਕਟ ਖੇਤੀ ਕਰਨਗੇ ਤੁਹਾਡੇ ਨਾਲ ਆ ਕੇ 10 ਏਕੜ ਦੇ ਵਿੱਚ ਤੁਹਾਨੂੰ ਕਹਿਣਗੇ ਜੀ 10 ਏਕੜ ਮੈਂ ਜ਼ਮੀਂਦਾਰ ਹਾਂ, ਮੈਂ 10 ਏਕੜ ਦੇ ਵਿੱਚ ਲਾਉਣਾ, ਉਹ ਕਹੇਗਾ ਯਾਰ ਮੈਂ ਤੁਹਾਨੂੰ ਮੈਨੂੰ ਇਦਾਂ ਕਰੋ 2 ਫਸਲਾਂ ਤੁਹਾਡੀਆਂ ਚਾਹੀਦੀਆਂ, ਮੈਂ ਤੁਹਾਨੂੰ 2300 ਰੁਪਈਆ ਜਾਂ 2500 ਰੁਪਏ ਰੇਟ ਦਊਂਗਾ। ਤੁਹਾਨੂੰ ਤਾਂ ਪਹਿਲੀ ਹਲੇ ਬੀਜਣ ਤੋਂ ਪਹਿਲਾਂ ਤੁਹਾਡੇ ਨਾਲ ਤੈਅ ਹੋ ਜਾਏਗੀ ਕੀਮਤ ਕਿ ਤੁਸੀਂ ਜੀ ਇਹ ਕੀਮਤ ਮੈਨੂੰ ਮਿਲਣ ਵਾਲੀ ਆ। ਸਰ ਦੇਖਿਆ ਜਾਂਦਾ ਕਿ ਜਿਵੇਂ ਕਾਰਪੋਰੇਟ ਹਾਊਸ ਜਾਂ ਪ੍ਰਾਈਵੇਟ ਕੰਪਨੀਆਂ ਕੱਲ ਨੂੰ ਮੰਡੀਆਂ ਮਾਰਕੀਟ ਕਮੇਟੀ ਖਤਮ ਹੋ ਜਾਂਦੀ, ਕੁਛ ਹੁੰਦੀ ਹੈ, ਕਾਰਪੋਰੇਟ ਜਿਹੜੀ ਏਜੰਸੀ ਹੈ ਜੋ ਵੀ ਹੈ ਉਹ ਅਗਰ ਉਹਦੀ ਫਸਲ ਨਹੀਂ ਚੁੱਕਦੀ ਤੇ ਕਿਸਾਨ ਕਿਸੇ ਅੱਗੇ ਪ੍ਰੋਟੈਸਟ ਜਾਂ ਕਿਸੇ ਅੱਗੇ ਕੋਈ ਉਹਨੂੰ ਅਨੁਮਤੀ ਨਹੀਂ ਦਿੱਤੀ ਗਈ, ਡੀਸੀ ਦੇ ਉੱਤੇ ਕਿਸੇ ਨੂੰ ਕੰਪਲੇਂਟ ਨਹੀਂ ਕਰ ਸਕਦਾ, ਦੇਖੋ ਕੋਰਟ ਤੱਕ ਜਾਂਦਾ ਉਹਦੇ ਕੋਲ ਤੁਸੀਂ ਕੀ ਸਮਝਦੇ ਹੋ ਡੀਸੀ ਕੋਈ ਛੋਟੀ ਚੀਜ਼ ਹੈ? ਪਰ ਸਰ ਕੋਰਟ ਤੋਂ ਵੱਡੀ ਚੀਜ਼ ਕੋਈ ਨਹੀਂ। ਡੀਸੀ ਔਰ ਐਸਡੀਐਮ ਇਜ਼ ਅ ਫੁੱਲ ਫਲੈਜ ਹਾਈ ਪਾਵਰ ਅਥਾਰਟੀ ਬਣਾਇਆ ਗਿਆ। ਜਦੋਂ ਉਹਨਾਂ ਨੂੰ ਕਲੀਅਰ ਕਰ ਦਿੱਤਾ ਗਿਆ ਵਾ, ਉੱਥੇ ਮੈਂਸ਼ਨ ਕਰ ਦਿੱਤਾ ਗਿਆ ਕਿ 30 ਦਿਨ ਦੇ ਵਿੱਚ ਉਹ ਨਿਪਟਾਰਾ ਕੀਤਾ ਜਾਏਗਾ ਜਿਹੜਾ ਵੀ ਉਹਨਾਂ ਦੀ ਕੰਪਲੇਂਟ ਹੋਏਗੀ। ਤੇ ਜਦੋਂ 30 ਦਿਨ ਦੇ ਵਿੱਚ ਸਰਕਾਰ ਸੈਂਟਰਲ ਗਵਰਨਮੈਂਟ ਕੰਪਲੇਂਟ ਦੀ ਉਹਦੀ ਪੂਰੀ ਪਾਵਰ ਦੇਤੀ ਆ, ਤਾਂ ਫਿਰ ਆਪਾਂ ਅੱਗੇ ਜਾਣਾ ਕਿਉਂ ਆ? ਜਦੋਂ ਮੇਰਾ ਫੈਸਲਾ ਤੁਸੀਂ ਕਰ ਸਕਦੇ ਹੋ ਤਾਂ ਮੇਰਾ ਪਤਾ ਵੇ ਫੈਸਲਾ ਹੋ ਗਿਆ 30 ਦਿਨ ਦੇ ਅੰਦਰ ਹੋਣਾ ਵਾ, 31ਵੇਂ ਦਿਨ ਨਹੀਂ ਹੋਣਾ। ਤਾਂ ਮੇਰੇ ਹਿਸਾਬ ਨਾਲ ਇਸ ਤੋਂ ਨਜ਼ਦੀਕ ਔਰ ਇਸ ਤੋਂ ਵਧੀਆ ਪਾਰਦਰਸ਼ਤਾ ਸ਼ਾਇਦ ਹੀ ਇਹ 70 ਸਾਲ ਦੇ ਵਿੱਚ ਜਿਹੜਾ ਇਹ ਟਰਾਂਸਫਾਰਮੇਸ਼ਨ ਆਫ ਐਕਟ ਆਇਆ ਵਾ ਫਾਰਮਰ, ਸ਼ਾਇਦ ਹੀ ਕਦੀ ਆਇਆ ਹੋਵੇ। ਇਹਦੇ ਲਈ ਬਹੁਤ ਵੱਡੀ ਚਿੰਤਨ ਦੀ ਜ਼ਰੂਰਤ ਆ। ਜਿਹੜੇ ਲੋਕ ਇਹ ਉਹਦੇ ਅਗੇਂਸਟ ਗੱਲ ਕਰ ਰਹੇ ਆ, ਬਹੁਤ ਵਧੀਆ ਬਿੱਲ ਆ, ਲੋਕਾਂ ਨੂੰ ਸਮਝ ਆਏਗਾ। ਮੈਂ ਕਹਿੰਦਾ ਪ੍ਰੋਟੈਸਟ ਕਰ ਰਹੇ ਆ ਲੋਕ। ਕੌਣ ਕਰ ਰਿਹਾ ਪ੍ਰੋਟੈਸਟ? ਮੈਨੂੰ ਤਾਂ ਸਵਾਏ ਪਾਰਟੀਆਂ ਤੋਂ ਇਲਾਵਾ ਬੰਦੇ ਨਹੀਂ ਨਜ਼ਰ ਆ ਰਹੇ। ਕਿਸਾਨ ਤਾਂ ਘੱਟ ਆ, ਕਿਸਾਨਾਂ ਨੂੰ ਜਿੱਦਾਂ ਗੁੰਮਰਾਹ ਕਰ ਰਹੇ ਆ। ਮੇਨ ਲੋਕ ਪਿੱਛੇ ਜਿਹੜੇ ਆ ਉਹ ਪਾਰਟੀਆਂ ਦੇ ਨੁਮਾਇੰਦਗੇ ਲਾਤੇ ਆ ਕਿ ਤੁਸੀਂ ਜੀ ਇਹਦਾ ਪ੍ਰੋਟੈਸਟ ਕਰੋ ਤਾਂ ਕਿ ਅਸੀਂ ਇੱਕ ਇਹਨੂੰ ਰਾਜਨੀਤਿਕ ਮੰਚ ਬਣਾਇਆ ਜਾਵੇ। ਔਰ ਕਿਉਂਕਿ 2022 ਦਾ ਇਲੈਕਸ਼ਨ ਸਾਹਮਣੇ ਆ, ਉਹ 1.5 ਸਾਲ ਸਵਾ ਸਾਲ ਦੇ ਵਿੱਚ ਉਹਨਾਂ ਨੂੰ ਸਿਵਾਏ ਮੁੱਦੇ ਤੋਂ ਇਲਾਵਾ ਕੁਝ ਨਹੀਂ ਦਿਖਦਾ। ਉਹਨਾਂ ਨੇ ਆਪਣੀ ਵੋਟ ਬੈਂਕ ਦਾ ਇੱਕ ਰਾਜਨੀਤੀ ਕਰਨੀ ਸ਼ੁਰੂ ਕੀਤੀ। ਔਰ ਵੋਟ ਬੈਂਕ ਕਿਸ ਬੇਸ ਤੇ? ਵੋਟ ਬੈਂਕ ਸਿਰਫ ਲੋਕਾਂ ਦੀ ਪੰਜਾਬ ਦੀ ਡਾਊਨਫਾਲ ਕਰਨ ਲਈ। ਪੰਜਾਬ ਦੀ ਇਨਕਮ, ਜੇ ਅੱਜ ਮੇਰੀ ਗੱਲ ਸੁਣੋ, ਜਦੋਂ ਆਤਮ ਨਿਰਭਰ ਦੇਸ਼ ਬਣਨ ਜਾ ਰਿਹਾ, ਆਤਮ ਨਿਰਭਰ ਕਿਸਾਨ ਬਣਨ ਜਾ ਰਿਹਾ, ਪ੍ਰਧਾਨ ਮੰਤਰੀ ਕਹਿੰਦਾ ਕਿ ਮੇਰਾ ਕਿਸਾਨ ਇੱਕ ਰੀੜ੍ਹ ਦੀ ਹੱਡੀ ਆ। ਤੁਸੀਂ ਆਪ ਜਾਣਦੇ ਹੋ ਕਿ ਕਿਸਾਨ ਪੂਰੇ ਦੇਸ਼ ਦੀ ਰੀੜ੍ਹ ਦੀ ਹੱਡੀ ਆ। ਕਿਆ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਕੋਈ ਦੇਸ਼ ਦਾ ਵੱਡਾ ਜਿਹੜਾ ਸਰਪ੍ਰਸਤ ਆ ਉਹ ਚਾਹੇਗਾ ਕਿ ਉਹਦੀ ਰੀੜ੍ਹ ਦੀ ਹੱਡੀ ਟੁੱਟ ਜਾਏ? ਆਲਰੇਡੀ ਅਸੀਂ ਇੱਕ ਕੋਵਿਡ-19 ਕਰੋਨਾ ਚੱਲ ਰਿਹਾ ਵਾ, ਕ੍ਰਾਈਸਿਸ 'ਚ ਜਾ ਰਹੇ ਹਾਂ, ਔਰ ਉਸ ਦੌਰਾਨ ਇਹ ਫੈਸਲਾ ਲਿੱਤਾ ਜਾ ਰਿਹਾ ਸਿਰਫ ਇਸ ਕਰਕੇ ਕਿ ਉਹਨਾਂ ਦੀ ਇਨਕਮ ਡਬਲ ਕਰ ਦਿੱਤੀ ਜਾਵੇ, ਜਿਹੜੀ ਉਹਨਾਂ ਨੇ ਆਪਣੀ ਮੈਨੀਫੈਸਟੋ 'ਚ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ। ਇੱਕ ਹੋਰ ਜਿਹੜੇ ਐਕਟ ਸਰ ਮੋਦੀ ਸਾਹਿਬ ਵੱਲੋਂ ਜੋ ਲਾਗੂ ਕੀਤੇ ਗਏ ਸਨ, APMC ਤੇ MSP, ਇਹਨਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ। ਪਾਰਲੀਮੈਂਟ 'ਚ ਮੋਦੀ ਜੀ ਨੇ ਕਲੀਅਰ ਕੱਟ ਇਨਸਟਰਕਸ਼ਨਾਂ ਦੇ ਦਿੱਤੀਆਂ, ਮੂੰਹ ਤੇ ਸਾਫ਼ ਗੱਲ ਕਹਿਤੀ ਆ ਕਿ APMC ਜਿਹੜਾ ਐਕਟ ਆ ਉਹਦੇ 'ਚ ਕੋਈ ਵੀ ਚੇਂਜਸ ਨਹੀਂ ਹੋਣਗੀਆਂ। ਉਹਦੇ 'ਚ ਕੋਈ ਐਕਟ ਦੇ ਵਿੱਚ ਅਸੀਂ ਛੇੜਾਖਾਨੀ ਨਹੀਂ ਕਰਨ ਜਾ ਰਹੇ, ਉਹ ਐਜ਼ ਇਟ ਇਜ਼ ਬਰਕਰਾਰ ਰਹੇਗਾ। ਇੱਕ ਇਸ ਤੋਂ ਵੱਡੀ
ਪਾਰਦਰਸ਼ਤਾ ਨਹੀਂ ਹੋ ਸਕਦੀ ਜਦੋਂ ਤੁਸੀਂ ਇੱਕ ਮੰਦਿਰ ਦੇ ਵਿੱਚੋਂ, ਪਾਰਲੀਮੈਂਟ ਦੇ ਮੰਦਿਰ ਦੇ ਵਿੱਚੋਂ ਇੱਕ ਦੇਸ਼ ਦਾ ਟੌਪ ਨੌਚ ਆਦਮੀ, ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਨੂੰ ਵਾਅਦਾ ਕਰ ਰਿਹਾ ਵਾ। ਦੂਜੇ ਨੰਬਰ ਤੇ ਐਮਐਸਪੀ ਸਰਕਾਰ ਰਹਿਣ ਵਾਲੀ ਆ। ਸਰਕਾਰ ਨੇ ਕਿਹਾ ਐਮਐਸਪੀ ਬੰਦ ਨਹੀਂ ਹੋਣ ਵਾਲੀ, ਐਮਐਸਪੀ ਤੁਹਾਡੀ ਰਹਿਣ ਵਾਲੀ ਆ। ਤੁਹਾਨੂੰ ਫ੍ਰੀडम ਦਿੱਤੀ ਗਈ ਆ ਕਿ ਤੁਸੀਂ ਇੱਥੇ ਵੇਚ ਲਓ ਜਾਂ ਬਾਹਰ ਵੇਚ ਲਓ, ਮੰਡੀ 'ਚ ਵੇਚ ਲਓ, ਆੜਤੀਏ ਦੇ ਥਰੂ ਵੇਚ ਲਓ ਜਾਂ ਆੜਤੀਏ ਤੋਂ ਬਗੈਰ ਵੇਚ ਲਓ। ਆੜਤੀਏ ਵੀ ਰਹਿਣ ਵਾਲੇ ਆ, ਮੰਡੀਆਂ ਵੀ ਰਹਿਣ ਵਾਲੀਆਂ ਵਾ, ਬਟ ਸਿਰਫ ਸਰਕਾਰ ਨੇ ਤੁਹਾਨੂੰ ਕਿਸਾਨ ਨੂੰ ਫ੍ਰੀडम ਦੇਤੀ ਆ ਕਿ ਉਹ ਆਪਣਾ ਜਿੱਥੇ ਉਹਨੂੰ ਫਾਇਦਾ ਮਿਲੇ, ਕਿ ਉਹਨੂੰ 200 ਦੀ ਜਗ੍ਹਾ 250 ਮਿਲਦਾ ਵਾ, 300 ਮਿਲਦਾ ਵਾ, ਤਾਂ ਉਹ ਆਪਣੀ ਉੱਥੇ ਜਾ ਕੇ ਵੇਚੇ। ਕੰਟਰੈਕਟ ਬੇਸਿਸ ਤੇ ਵੀ ਕੋਈ ਕੱਲ ਬੰਦਾ ਬੰਬੇ ਤੋਂ ਮੱਧ ਪ੍ਰਦੇਸ਼ ਤੋਂ ਕੋਈ ਫਾਰਮਿੰਗ ਕਰਾਉਣ ਆਂਦਾ, ਉਹ ਕਹੇਗਾ ਜੀ ਮੈਨੂੰ ਤੁਸੀਂ ਇਹ ਰੇਟ ਇਸ ਰੇਟ ਤੇ ਤੁਹਾਡੇ ਕੋਲ ਮੈਂ ਸਮਾਨ ਚੁੱਕ ਲਵਾਂਗਾ, ਤੁਹਾਡਾ ਜਿਹੜਾ ਚੌਲ, ਝੋਨਾ ਜਾਂ ਕਣਕ, ਜੋ ਵੀ ਅਨਾਜ ਚੁੱਕ ਲਾਂਗਾ। ਤਾਂ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਉਹਨੂੰ ਸਰਕਾਰ ਨੂੰ, ਕਿਸਾਨ ਨੂੰ ਕਿੰਨਾ ਫਾਇਦਾ ਹੋਣ ਵਾਲਾ ਵਾ, ਜਿਹੜਾ ਕਿ ਪਹਿਲਾਂ ਐਕਟ ਵਿੱਚ ਸਿਰਫ ਮੰਡੀ ਤੋਂ ਇਲਾਵਾ ਕਿਸਾਨ ਕਿਤੇ ਮਾਲ ਵੇਚ ਨਹੀਂ ਸਕਦਾ ਸੀ, ਉਹਨਾਂ ਕੋਲ ਪਾਵਰ ਨਹੀਂ ਸੀ, ਕੋਈ ਬੰਦਾ ਬਾਹਰੋਂ ਖਰੀਦ ਨਹੀਂ ਸਕਦਾ ਸੀ, ਸਿੱਧਾ ਡਾਇਰੈਕਟ ਜਾ ਕੇ ਕਿਸਾਨ ਕੋਲ ਲੈ ਨਹੀਂ ਸਕਦਾ ਸੀ। ਹੁਣ ਉਹ ਬਹੁਤ ਵੱਡੀ ਫ੍ਰੀडम ਮੋਦੀ ਜੀ ਨੇ ਦਿੱਤੀ ਹੈ। ਦਿਸ ਇਜ਼ ਅ ਟਰਾਂਸਫਾਰਮੇਸ਼ਨ ਆਫ ਫਾਰਮਰ ਬਿੱਲ। ਇਹ ਫਾਰਮਰ ਲਈ ਇੱਕ ਟਰਾਂਸਫਾਰਮੇਸ਼ਨ ਆ। ਇਹ ਵਿਰੋਧ ਕਰ ਰਹੇ ਆ, ਕਿਸਾਨਾਂ ਨੂੰ ਭੜਕਾ ਰਹੇ ਆ ਚੰਦ, ਔਰ 90% ਕਿਸਾਨ ਸਮਝ ਰਹੇ ਸ਼ੁਰੂ ਹੋ ਗਏ ਆ, ਕਿਉਂਕਿ ਕਿੰਨੀ ਦੇਰ ਭਰਮਜਾਲ ਚਲਾਇਆ ਜਾ ਸਕਦਾ, ਪਰ ਭਰਮਜਾਲ ਜਲਦੀ ਹੀ ਰੁਕ ਜਾਏਗਾ, ਕਿਉਂਕਿ ਸਾਡੇ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਲੀਡਰ ਹੈਗੇ ਆ, ਉਹ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜਾਣਾ ਸ਼ੁਰੂ ਕਰਤਾ। ਤੁਸੀਂ ਦੇਖ ਹੀ ਲਿਆ ਕਿ ਤਰੁਣ ਚੁੱਗ ਜੀ ਜਿਹੜੇ ਸਾਡੇ ਨੈਸ਼ਨਲ ਜਨਰਲ ਸੈਕਟਰੀ ਬਣੇ ਆ, ਉਹ ਵੀ ਕੱਲ ਉਹਦੇ ਵਿੱਚ ਗਏ ਆ, ਲੋਕਾਂ ਦੇ ਵਿੱਚ, ਕਿਸਾਨਾਂ ਦੇ ਵਿੱਚ ਗਏ ਆ। ਸਾਡੇ ਜਨਰਲ ਸੈਕਟਰੀ ਮਲਵਿੰਦਰ ਸਿੰਘ ਕੰਗ ਜੀ, ਸੁਭਾਸ਼ ਸ਼ਰਮਾ ਜੀ, ਅਸ਼ਵਨੀ ਸ਼ਰਮਾ ਜੀ ਸਾਡੇ ਪੰਜਾਬ ਦੇ ਪ੍ਰਧਾਨ, ਔਰ ਸ਼ਵੇਤ ਮਲਿਕ ਜੀ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ, ਉਹਨਾਂ ਨੇ ਸਾਰਾ ਕੁਝ ਕਲੀਅਰ, ਔਰ ਅਨਿਲ ਜੋਸ਼ੀ ਜੀ, ਤੁਸੀਂ ਦੇਖੋ ਪਿੰਡਾਂ 'ਚ ਜਾਣਾ ਸ਼ੁਰੂ ਹੋ ਗਏ ਆ। ਤਾਂ ਇਹ ਪਿੰਡਾਂ ਦੇ ਵਿੱਚ ਅਖੀਰ ਕਿੰਨੀ ਦੇਰ ਭਰਮਜਾਲ ਮਚਾ ਲਾਂਗੇ, ਇਦਾਂ ਹੀ ਸਾਡੀ ਸਾਰੀ ਟੀਮ ਨਿਕਲੇਗੀ। ਔਰ ਅਸੀਂ 2022 ਦਾ ਜਿਹੜਾ ਇਲੈਕਸ਼ਨ ਆ, ਜਿਹੜਾ ਇਹ ਸੋਚਦੇ ਆ ਕਿ ਅਸੀਂ ਇਹਨਾਂ ਨੂੰ ਮੁੱਦੇ ਤੋਂ ਡਵਾ ਲਾਂਗੇ, ਇਹ ਵਾਅਦਾ ਵਾ ਕਿ 2022 ਦੇ ਵਿੱਚ ਇਹ ਜਿੰਨੇ ਕਿਸਾਨ ਭਰਾ ਵਾ, ਜਦੋਂ 2 ਮਹੀਨੇ ਦੇ ਵਿੱਚ ਸਾਰੇ ਸਮਝ ਜਾਣਗੇ ਕਿ, ਕਿਉਂਕਿ ਦੇਖੋ ਫਸਲਾਂ ਬਾਜ਼ਾਰ 'ਚ ਆਉਣੀਆਂ ਸ਼ੁਰੂ ਹੋ ਗਈਆਂ, ਵੇਚਣੀ ਸ਼ੁਰੂ ਹੋ ਗਈ, ਜਦੋਂ ਉਹਨਾਂ ਨੂੰ ਦਿਖ ਜਾਏਗਾ ਕਿ ਇਹਦਾ ਮੈਨੂੰ ਬੈਨੀਫਿਟ ਮਿਲ ਰਿਹਾ ਵਾ, ਜਦੋਂ ਉਹਨਾਂ ਨੂੰ ਦਿਖ ਜਾਏਗਾ ਕਿ ਇਹਦਾ ਤਾਂ ਸਾਨੂੰ ਬੈਨੀਫਿਟ ਮਿਲ ਰਿਹਾ, ਤੇ ਇਹ ਜਿੰਨੀਆਂ ਆਪੋਜੀਸ਼ਨ ਆ, ਚਾਹੇ ਅਕਾਲੀ ਆ, ਚਾਹੇ ਕਾਂਗਰਸ ਆ, ਚਾਹੇ ਆਮ ਆਦਮੀ ਪਾਰਟੀ ਆ, ਇਹ ਬਿਲਕੁਲ ਉਸ ਤਰ੍ਹਾਂ ਹੀ ਠੱਪ ਹੋ ਜਾਣਗੇ। ਜਿਹੜਾ ਇਹਨਾਂ ਦਾ ਇੱਕ ਮਾਨਸਿਕ, ਇਹਨਾਂ ਦਾ ਜਿਹੜਾ ਇਹਨਾਂ ਨੇ ਸੋਚਿਆ ਸੀਗਾ ਕਿ ਅਸੀਂ ਭਰਮਜਾਲ ਫਸਾ ਕੇ ਇਹਨਾਂ ਨੂੰ ਦੱਬ ਲਾਂਗੇ, ਉਹਦੇ ਵਿੱਚੋਂ ਜਲਦ ਹੀ ਸਾਡੇ ਕਿਸਾਨ ਭਰਾ ਬਾਹਰ ਆ ਜਾਣਗੇ। ਸਰ, ਇੱਕ ਹੋਰ ਮੁੱਦਾ ਤਾਜ਼ਾ ਤੁਹਾਡੇ ਸਾਹਮਣੇ ਚਰਚਾ 'ਚ ਆ ਰਿਹਾ, ਜਿਹੜਾ ਇੱਕ ਯੂਪੀ ਦੇ ਵਿੱਚ ਹਾਥਰਸ ਦੇ ਵਿੱਚ ਜਿਹੜੀ ਇੱਕ ਮਨੀਸ਼ਾ ਨਾਮਕ ਦਲਿਤ ਲੜਕੀ ਦਾ ਇੱਕ ਗੈਂਗ ਰੇਪ ਕੀਤਾ ਗਿਆ, ਉਸ ਤੋਂ ਬਾਅਦ ਜਿਹੜਾ ਕਿ ਉਹਨੂੰ ਇੱਕ ਮਾਰ ਦਿੱਤਾ ਗਿਆ। ਹੁਣ ਜੋਗੀ ਸਰਕਾਰ ਦੀ ਸੁਣਨ 'ਚ ਆ ਰਿਹਾ ਕਿ ਉਹਨਾਂ ਵੱਲੋਂ ਕਿ ਰਾਤ ਨੂੰ 10 ਵਜੇ ਦਾ ਸੰਸਕਾਰ ਕੀਤਾ ਗਿਆ, ਉਹਦੇ ਬਾਵਜੂਦ ਮੀਡੀਆ ਕਰਮੀਆਂ ਨਾਲ ਵੀ, ਜਿਹੜੇ ਉੱਥੋਂ ਦੇ ਪੁਲਿਸ ਕਰਮੀਆਂ ਨੂੰ ਉੱਥੇ ਤੱਕ ਜਾਣ ਤੱਕ ਦਿੱਤਾ ਗਿਆ, ਬਦਸਲੂਕੀ ਕੀਤੀ ਗਈ ਨਿੱਜੀ ਚੈਨਲ ਦੇ ਜਿਹੜੇ ਐਂਕਰ ਸਨ। ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਕੀ ਹੈ ਸਾਰਾ, ਇੱਥੇ ਕੋਈ ਸਿਆਸਤ ਹੈ, ਕੀ ਹੈ? ਕਿਉਂਕਿ ਇੱਕ ਅਗਰ ਦੇਸ਼ ਦੇ ਜੋਗੀ ਸਾਹਿਬ ਜੋ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਗੁਹਾਰ ਤੇ ਉਹਨਾਂ ਨੂੰ ਲਗਾਈ ਜਾਂਦੀ ਹੈ, ਤੇ ਜੇ ਉਹ ਚੁੱਪ ਬੈਠੇ ਨੇ, ਉਹਨਾਂ ਦੀ ਚੁੱਪੀ ਦੇ ਪਿੱਛੇ ਕੀ ਕਰ? ਕਈ ਵਾਰੀ ਨਾ ਇੱਕ ਚੁੱਪ 100 ਸੁੱਖ ਹੁੰਦਾ ਜੀ, ਪੰਜਾਬੀ 'ਚ ਕਹਾਵਤ ਹੈ, ਇੱਕ ਚੁੱਪ 100 ਸੁੱਖ। ਕਿਆ ਤੁਸੀਂ ਸਮਝਦੇ ਹੋ ਕਿ ਯੋਗੀ ਜੀ ਨੇ ਪਿਛਲੇ ਕਿੰਨੇ ਸਾਲ ਉਹਨਾਂ ਨੂੰ ਯੂਪੀ ਦੇ ਵਿੱਚ ਸਰਕਾਰ ਆਪਣੇ ਹੋ ਗਏ ਆ, ਕਿੰਨਾ ਜੰਗਲ ਰਾਜ ਸੀ ਯੂਪੀ 'ਚ ਜਿਹੜਾ ਪਿਛਲੇ 60-70 ਸਾਲ 'ਚ ਫੈਲਾਇਆ ਹੋਇਆ ਸੀ, ਉਹਨਾਂ ਨੂੰ ਧੀਰੇ ਧੀਰੇ ਹੌਲੀ ਹੌਲੀ ਉਹ ਸਾਰਾ ਸਫਾਇਆ ਕਰ ਰਹੇ ਆ। ਤੁਸੀਂ ਪਿਛਲੇ ਦਿਨੀ ਦੇਖੋ ਜਿਹੜਾ ਜੋ ਹਾਲਾਤ ਹੋਈ, ਜਿੰਨੇ ਸੀਗੇ ਸਾਰੇ ਪੰਡਿਤ ਸੀ, ਕੋਈ ਨੈਕਸਲਾਈਟ ਨਹੀਂ ਸੀਗੇ, ਉਹਨਾਂ ਨੇ ਕਿਸੇ ਵੀ ਆਪਣੇ ਬੰਦੇ ਨੂੰ ਬਖਸ਼ਿਆ ਨਹੀਂ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਹਿੰਦੂ ਆ, ਮੁਸਲਿਮ ਆ, ਕੋਈ, ਇਹ ਸਿਰਫ ਨੈਕਸਲਾਈਟ ਅਰਬਿਜ਼ਮ ਜਿਹੜਾ ਕੀਤਾ ਜਾ ਰਿਹਾ ਵਾ, ਇਹ ਸਿਰਫ ਇਹ ਦਿਖਾਇਆ ਜਾ ਰਿਹਾ ਕਿ ਇਸ ਜਾਤੀ ਨਾਲ ਇਹ ਹੋਇਆ। ਕਿਸੇ ਵੀ ਅਪਰਾਧ ਦੀ ਜਾਤੀ ਨਹੀਂ ਹੁੰਦੀ, ਅਪਰਾਧੀ ਉਸ ਜਾਤੀ ਤੋਂ ਉੱਪਰ ਆ। ਔਰ ਭਾਰਤ ਦੀ ਸਰਕਾਰ, ਔਰ ਮੇਰਾ ਇੱਕ ਪੂਰਾ ਵਿਸ਼ਵਾਸ ਆ ਕਿ ਸਾਡੇ ਯੋਗੀ ਜੀ, ਆਦਿੱਤਿਆਨਾਥ ਯੋਗੀ ਜੀ ਜਿਹੜੇ ਯੂਪੀ ਦੇ ਸੀਐਮ ਆ, ਉਹ ਜਲਦ ਹੀ ਇੱਥੇ ਬਹੁਤ ਵੱਡਾ ਐਕਸ਼ਨ ਲੈਣਗੇ। ਤੁਹਾਨੂੰ ਨਜ਼ਰ ਆਏਗਾ ਔਰ ਤੁਸੀਂ ਹੀ ਤਾਲੀਆਂ ਵਜਾਓਗੇ, ਕਿਉਂਕਿ ਤੁਸੀਂ ਮੀਡੀਆ ਹੋ, ਤੁਹਾਨੂੰ ਥੋੜੇ ਦਿਨਾਂ ਬਾਅਦ ਲੱਗ ਜਾਏਗਾ ਪਤਾ
ਕਿ ਉਹਨਾਂ ਦਾ ਲਾਈਨ ਆਫ ਐਕਸ਼ਨ ਕੀ ਹੋਇਆ। ਪਰ ਸਰ ਕੱਲ ਇੱਕ ਦੇਖਣ ਤੋਂ ਬਾਅਦ ਜਦੋਂ ਸਾਰੀ ਜਾਂਚ ਹੋ ਗਈ ਹੈ, ਮੀਡੀਆ ਕਰਨਾ ਇੱਕ ਜਿਹੜੀ ਕਿ ਬਦਸਲੂਕੀ ਕੀਤੀ ਗਈ, ਉਹਨੂੰ ਤੱਕ ਜਾਣ ਤੱਕ ਨਹੀਂ ਦਿੱਤਾ ਗਿਆ, ਇਹਦੇ ਬੱਚੇ ਕੀ ਦੇਖੋ, ਕਰਨਾ? ਗੱਲ ਚੌਥਾ ਇਹ- ਸਤੰਭ ਹੈ, ਮੀਡੀਆ ਦਾ ਕੰਮ ਹੈ ਕਿ ਦੇਸ਼ ਦੀਆਂ ਜਿਹੜੀਆਂ ਕਿ ਨਾਕਾਮੀਆਂ ਜੋ ਵੀ ਹੈ ਐਡਮਿਨਿਸਟ੍ਰੇਸ਼ਨ ਨੂੰ ਦਰੁਸਤ ਕਰਕੇ ਦੁਨੀਆ ਤੱਕ ਪਹੁੰਚਾਉਣਾ ਜਾਂ ਉਹ ਪ੍ਰਸ਼ਾਸਨ ਤੱਕ ਪਹੁੰਚਾਉਣਾ। ਉਹਨਾਂ ਨੂੰ ਉੱਥੋਂ ਦੇ ਅਫਸਰ, ਉਹ ਏਬੀਪੀ ਦੇ ਮੈਮ ਸੀਗੇ, ਉਹਨਾਂ ਨੂੰ ਇੱਕ ਉਹ ਰਸਤੇ ਥਾਣੀ ਲੈ ਕੇ ਧੱਕਾ ਮਾਰ ਕੇ ਗੱਡੀ 'ਚ ਬਿਠਾ ਗਿਆ। ਉਹ ਇਹਨੂੰ ਕਿੱਦਾਂ ਲੈਂਦੇ ਹੋ ਤੁਸੀਂ? ਦੇਖੋ ਮੈਨੂੰ ਇਹ ਮੈਂ ਦੇਖਿਆ ਨਹੀਂ ਕਿਉਂਕਿ ਚੈਨਲ ਮੈਂ ਕੱਲ ਦੇਖ ਨਹੀਂ ਪਾਇਆ ਜੀ ਜੀ ਕਿਉਂਕਿ ਡਿਊ ਟੂ ਸਮ ਰੀਜ਼ਨ ਮੈਂ ਇਹਦੇ ਬਾਰੇ ਤੁਹਾਨੂੰ ਟਿੱਪਣੀ ਨਹੀਂ ਕਰ ਸਕਦਾ। ਅਗਰ ਕਿਸੇ ਕਾਰਨ ਕੀ ਹੋਇਆ ਵਾ ਉੱਥੇ ਮਾਹੌਲ, ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ, ਜੀ ਜੀ ਬਟ ਇੱਕ ਗੱਲ ਜ਼ਰੂਰ ਹੈਗੀ ਆ ਕਿ ਮੈਨੂੰ ਯੋਗੀ ਜੀ ਤੇ ਪੂਰਾ ਵਿਸ਼ਵਾਸ ਆ। ਜੀ ਔਰ ਜਿਹੜੀ ਇਹ ਘਟਨਾ ਘਟੀ ਆ ਕਿਉਂਕਿ ਲੜਕੀ ਮਰੀ ਆ ਜੀ ਜੀ ਔਰ ਉਹਨੂੰ ਕੋਈ ਨਹੀਂ ਕਰ ਸਕਦਾ। ਲੜਕੀ ਨਾਲ ਅਗਰ ਕੁਝ ਗਲਤ ਕੰਮ ਹੋਇਆ ਵਾ ਜੀ ਜੀ ਤਾਂ ਉਹ ਜਿਹੜੇ ਵੀ ਦੋਸ਼ੀ ਆ ਜੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਮਿਲੇਗੀ। ਇਹ ਪੂਰਨ ਵਿਸ਼ਵਾਸ ਆ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਔਰ ਆਪਣੀ ਦੇਸ਼ ਦੇ ਸੀਐਮ ਕੋਲੋਂ, ਕਿਉਂਕਿ ਸੀਐਮ ਸਾਡਾ ਇੱਕ ਐਸਾ ਸਿਰਫ ਬੋਲਦਾ ਨਹੀਂ, ਕਰਕੇ ਦਿਖਾਉਂਦਾ। ਔਰ ਇਸ ਕਰਕੇ ਮੇਰੀ ਵਿਨਮਰ ਬੇਨਤੀ ਆ, ਮੀਡੀਆ ਨੂੰ ਵੀ ਵਿਨਮਰ ਬੇਨਤੀ ਆ ਕਿ ਕੁਝ ਸਮੇਂ ਦਿੱਤਾ ਜਾਵੇ। ਉਹ ਜਿਹੜੇ ਵੀ ਉਹ ਵਿਚਾਰੇ ਜਿਨ੍ਹਾਂ ਦਾ ਪਰਿਵਾਰ ਪੀੜਿਤ ਪਰਿਵਾਰ ਆ, ਮੈਂ ਉਹਨਾਂ ਨੂੰ ਸਹਾਨੁਭੂਤੀ ਦੇ ਸਕਦਾ ਹਾਂ ਕਿ ਉਹਨਾਂ ਨਾਲ ਜੋ ਉਹਨਾਂ ਦੇ ਬੱਚੇ ਨਾਲ ਜੋ ਹੋਇਆ, ਕਿਉਂਕਿ ਧੀਆਂ ਭੈਣਾਂ ਸਾਰੀਆਂ ਦੀ ਸਾਂਝੀਆਂ ਜੀ, ਉਹਨਾਂ ਨੂੰ ਪ੍ਰਮਾਤਮਾ ਉਹਨੂੰ ਆਪਣੀ ਚਰਨਾਂ 'ਚ ਵਾਸ ਦੇਵੇ ਔਰ ਉਹਨਾਂ ਨੂੰ ਸਹਿਣ ਸ਼ਕਤੀ ਦੇਵੇ ਕਿ ਉਹ ਜਿਹੜਾ ਇਦਾਂ ਦੀ ਘਟਨਾ ਘਟੀ ਆ ਕਿ ਉਹ ਦੁਬਾਰਾ ਕਿਸੇ ਪਰਿਵਾਰ ਦੇ ਉੱਤੇ ਐਸੀ ਘਟਨਾ ਨਾ ਘਟੇ, ਕਿਉਂਕਿ ਵੂਮਨ ਐਮਪਾਵਰਮੈਂਟ ਸਾਡਾ ਪਹਿਲਾ ਲਕਸ਼ਯ ਵਾ ਔਰ ਉਹਦੇ ਲਈ ਅਸੀਂ ਬੜੀ ਹੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਇਹ ਜਿਹੜੀਆਂ ਕਾਨੂੰਨੀਆਂ ਹਰਕਤਾਂ ਕੁਝ ਲੋਕ ਕਰ ਰਹੇ ਆ, ਹੁਣ ਇਹ ਤੋਂ ਕਲੀਅਰ ਹੁੰਦਾ ਕਿ ਉਹ ਮਾਨਸਿਕ ਤੌਰ ਤੇ। ਸਰ ਜਿਵੇਂ ਕਿ ਹੁਣ ਪਿੱਛੇ ਅਸੀਂ ਕੋਵਿਡ ਦੀ ਵੀ ਮਹਾਮਾਰੀ ਝੇਲੀ ਹੈ, ਹੁਣ ਆਹ ਕਿਸਾਨਾਂ ਦਾ ਵੀ ਮੁੱਦਾ ਇੱਕ ਮਨੀਸ਼ਾ ਦਾ ਵੀ ਜਿਹੜਾ ਸਾਹਮਣੇ ਆ ਰਿਹਾ ਹੈ। ਕਾਫੀ ਪਾਰਟੀਆਂ ਜਿਹੜੀਆਂ ਤਕਰੀਬਨ ਚਰਚਾ 'ਚ ਹੈ, ਇੱਕ ਅਲਾਈਅੰਸ ਵੀ ਟੁੱਟ ਚੁੱਕਾ ਇਸ ਵੇਲੇ ਅਕਾਲੀ ਦਲ ਬੀਜੇਪੀ ਦਾ, ਤੇ 2022 ਦੇ ਵਿੱਚ ਤੁਸੀਂ ਐਜ਼ ਏ ਪੰਜਾਬ ਕਾਰਜਕਾਰੀ ਸਦੱਸੀ ਇਸ ਵੇਲੇ ਮੇਨ ਲੀਡਰ ਕੰਮ ਕਰ ਰਹੇ ਹੋ, ਕੀ ਏਜੰਡਾ ਲੈ ਕੇ ਚੱਲਦੇ ਹੋ ਔਰ ਦਰਸ਼ਕਾਂ ਨੂੰ ਕੀ ਆਸ਼ਵਾਸਨ ਦਿੰਦੇ ਹੋ ਕਿ ਅਗਰ ਬੀਜੇਪੀ ਵਿੱਚ ਆਉਂਦੀ ਹੈ ਤੇ ਬੀਜੇਪੀ ਕਿਸ ਲੈਵਲ ਤੱਕ ਲੋਕਾਂ ਦੇ ਨਾਲ ਚੱਲੇ? ਦੇਖੋ, ਬੀਜੇਪੀ ਦਾ ਇੱਕ ਸਭ ਤੋਂ ਪਹਿਲਾ ਏਜੰਡਾ ਇੱਕੋ ਹੀ ਆ, ਗੁੱਡ ਗਵਰਨੈਂਸ ਜੀ। ਉਹ ਇੱਕੋ ਹੀ ਸੋਚ ਲੈ ਕੇ ਚੱਲਦੀ ਆ, ਲੋਕਾਂ ਦਾ ਭਲਾਈ ਜੀ ਲੋਕਾਂ ਦੇ ਭਲੇ ਲਈ ਕੀ ਨੀਤੀਆਂ ਬਣਾਈਆਂ ਜਾਣ। ਜੀ ਪਰਸੋਂ ਦੀ ਗੱਲ ਆ ਕਿ ਤਰੁਣ ਚੁੱਗ ਜੀ ਨੇ ਜਿਹੜੇ ਸਾਡੇ ਰਾਸ਼ਟਰੀ ਮਹਾਮੰਤਰੀ ਬਣੇ ਆ ਨਵੇਂ ਔਰ ਅੰਮ੍ਰਿਤਸਰ ਤੋਂ ਆ, ਬੜੇ ਸਾਨੂੰ ਪ੍ਰਾਊਡ ਆ ਉਹਨਾਂ ਤੇ ਜੀ ਕਿ ਐਡੀ ਵੱਡੀ ਪੋਜੀਸ਼ਨ ਤੇ ਉੱਥੇ ਪਹੁੰਚੇ। ਉਹਨਾਂ ਨੂੰ ਵੀ ਮੈਂ ਮੁਬਾਰਕਬਾਦ ਚੈਨਲ ਦੇ ਥਰੂ ਦੇ ਰਿਹਾ ਵਾਂ। ਉਹਨਾਂ ਨੇ ਕਲੀਅਰ ਕੱਟ ਕਹਿ ਦਿੱਤਾ ਕਿ ਅਸੀਂ 117 ਤੇ 117 ਸੀਟਾਂ ਤੇ ਲੜਨ ਜਾ ਰਹੇ ਹਾਂ ਔਰ 2022 ਦੇ ਵਿੱਚ ਜਨਤਾ ਸਾਡਾ ਸਾਥ ਦੇਵੇ, ਤੁਹਾਨੂੰ ਅਸੀਂ ਉਹ ਫੈਸਿਲਿਟੀਆਂ ਦਿਖਾਵਾਂਗੇ ਜੋ ਤੁਸੀਂ ਕਦੀ ਸੋਚੀਆਂ ਨਹੀਂ ਹੋਣਗੀਆਂ। ਇੱਕ ਗੱਲ ਹੋਰ ਉਹਨਾਂ ਨੇ ਕਹੀ, ਮੀਡੀਆ 'ਚ ਵਾਇਰਲ ਹੋ ਰਹੀ ਅੱਜ, ਕਿ ਜਿਹੜਾ ਬੀਜੇਪੀ ਦਫ਼ਤਰ ਤੋੜਨਾ ਆਏਗਾ ਉਹ ਸਟੇਚਰ ਤੇ ਵਾਪਸ ਜਾਏਗਾ। ਦੇਖੋ ਗੱਲ ਆ, ਅਗਰ ਉਹ ਦੋ ਵਾਰ ਤਿੰਨ ਵਾਰੀ ਤੁਸੀਂ ਕਿਸੇ ਤੇ ਹੱਥੀ ਪਾਉਂਗੇ। ਅਗ ਇੱਕ ਸਾਡਾ ਮੰਦਿਰ ਆ ਖੰਨਾ ਸਮਾਰਕ, ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦਾ ਆਫਿਸ ਸਾਡਾ ਮੰਦਿਰ ਆ, ਕਿਉਂਕਿ ਅਸੀਂ ਉੱਥੇ ਜਾ ਕੇ ਆਪਣਾ ਸਾਰੇ ਦੁੱਖ ਸੁੱਖ ਆਪਣੇ ਰਾਜਨੀਤਿਕ ਲੋਕਾਂ ਦੇ ਫੈਸਲੇ ਕਰਦੇ ਆ, ਲੋਕਾਂ ਦੀ ਭਲਾਈ ਦੇ ਫਾਇਦੇ ਕੰਮ ਕਰਦੇ ਆ। ਉੱਥੇ ਕੋਈ ਆ ਕੇ ਆਪਣੀ ਰਾਜਨੀਤਿਕ ਮਨਸ਼ਾ ਲੈ ਕੇ ਸਾੜਨ ਦੀ ਕੋਸ਼ਿਸ਼ ਕਰੇ ਜਾਂ ਉੱਥੇ ਕੋਈ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰੇ ਤਾਂ ਮੈਂ ਨਹੀਂ ਸਮਝਦਾ ਇੱਕ ਵਾਰੀ ਛੱਡਿਆ ਜਾ ਸਕਦਾ, 2 ਵਾਰੀ ਛੱਡਿਆ ਜਾ ਸਕਦਾ। ਕੌਣ ਲੋਕ ਨੇ ਸਾਰੇ ਜਿਹੜੇ? ਦੇਖੋ, ਉਹਦੇ ਬਾਰੇ ਤਾਂ ਸਰਕਾਰ ਜਿਹੜੀ ਇੱਥੇ ਦੀ ਸਰਕਾਰ ਆ, ਪੰਜਾਬ ਸਰਕਾਰ, ਉਹਨਾਂ ਨੂੰ ਨਿਸ਼ਚਿਤ ਕਰਨਾ ਚਾਹੀਦਾ, ਪੁਲਿਸ ਨੂੰ ਨਿਸ਼ਚਿਤ ਕਰਨਾ ਚਾਹੀਦਾ ਕੌਣ ਆ, ਉਹਨਾਂ ਨੂੰ ਇਮੀਡੀਏਟਲੀ ਬਿਹਾਈਂਡ ਦੀ ਬਾਹਰ ਕਰਨਾ ਚਾਹੀਦਾ। ਅਸੀਂ ਵੀ ਪ੍ਰੋਟੈਸਟ ਕਰਦੇ ਹਾਂ, ਕਰਨਾ ਚਾਹੀਦਾ। ਡੈਮੋਕ੍ਰੈਟਿਕ ਹਿੰਦੁਸਤਾਨ ਡੈਮੋਕ੍ਰੈਟਿਕ ਕੰਟਰੀ ਆ, ਪ੍ਰੋਟੈਸਟ ਸਭ ਦਾ ਹੱਕ ਆ। ਅਸੀਂ ਵੀ ਉਹਨਾਂ ਦੇ ਅਗੇਂਸਟ ਜਾ ਕੇ ਕਰਦੇ, ਉਹਨਾਂ ਦੇ ਮੰਤਰੀ ਦੇ ਸਾਹਮਣੇ ਜਾ ਕੇ ਕਰਦੇ ਆ, ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਜਾ ਕੇ ਅੱਡਾ ਲਾ ਦਈਏ। ਲਗਾਓ, ਪ੍ਰੋਟੈਸਟ ਕਰੋ, ਓਪਨ ਮਾਈਂਡਡ ਹੋ ਕੇ ਕਰੋ। ਅੱਜ ਸਰਕਾਰ ਤੁਹਾਡੀ ਆ, ਕੱਲ ਸਰਕਾਰ ਸਾਡੀ ਆ, ਓਪਨ ਮਾਈਂਡਡ ਹੋ ਕੇ ਕਰੋ। ਆਪਾਂ ਉਹਨੂੰ ਲੜਾਈ ਦਾ ਮੁੱਦਾ ਨਹੀਂ ਬਣਾਉਣਾ, ਇੱਕ ਅੱਛੇ ਢੰਗ ਨਾਲ ਆਪਾਂ ਆਪਣੀ ਰਾਜਨੀਤੀ ਕਰੀਏ। ਸਰ ਇੱਕ ਚੀਜ਼ ਪੁੱਛਣਾ ਚਾਹਾਂਗਾ, ਅਗਰ 2022 ਦੇ ਵਿੱਚ ਤੁਹਾਡੀ ਸਰਕਾਰ ਆਉਂਦੀ ਪੰਜਾਬ ਦੇ ਵਿੱਚ, ਜਿਵੇਂ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਜੋ 3 ਮੁੱਦੇ ਲੈ ਕੇ ਚੱਲਦੀ ਪਈ ਹੈ, ਐਜੂਕੇਸ਼ਨ, ਇਲੈਕਟ੍ਰਿਸਿਟੀ ਔਰ ਸਵਾਸਥ, ਤੁਹਾਡਾ ਏਜੰਡਾ ਕੀ ਹੋਏਗਾ? ਦੇਖੋ, ਕਿਉਂਕਿ ਇਸ ਵੇਲੇ ਪੰਜਾਬ ਦਾ ਨਾਗਰਿਕ ਸਭ ਤੋਂ ਜ਼ਿਆਦਾ ਮਾਰ ਖਾਂਦਾ ਪਿਆ ਬਿਜਲੀ ਬੋਰਡ ਵੱਲੋਂ, ਐਜੂਕੇਸ਼ਨ ਵੱਲੋਂ ਨਿਲ, ਔਰ ਤੀਸਰਾ ਹੈਲਥ। ਹਸਪਤਾਲਾਂ ਜਾ ਕੇ ਦੇਖਦੇ ਰੋਜ਼ ਖਬਰਾਂ ਆਉਂਦੇ ਆ, ਕਹਿਣ ਨੂੰ ਬਹੁਤ ਕੁਛ ਹੈ, ਮੈਨੂੰ ਵੀ ਰੋਜ਼ ਭੇਜ ਦਿੰਦੇ ਮੇਲਾ ਜੀ ਹਸਪਤਾਲਾਂ ਦੀਆਂ ਤਾਰੀਫਾਂ, ਪਰ ਅੰਦਰ ਜ਼ਮੀਨੀ ਹਕੀਕਤ
ਜ਼ੀਰੋ ਹੈ ਸਰ, ਉੱਥੇ ਇਲਾਜ ਹੀ ਨਹੀਂ ਹੋ ਰਹੇ। ਦੇਖੋ ਇੱਕ ਗੱਲ ਤੁਹਾਡੀ ਬਹੁਤ ਵਧੀਆ ਗੱਲ ਹੈ ਕਿ ਸਾਡਾ ਕੀ ਏਜੰਡਾ ਰਹੇਗਾ। ਇਹ ਮੈਂ ਤੁਹਾਡੇ ਚੈਨਲ ਦੇ ਥਰੂ ਐਜ਼ ਅੱਛੇ ਨਾਗਰਿਕ ਹੋਣ ਦੇ ਨਾਤੇ, ਭਾਰਤੀ ਜਨਤਾ ਪਾਰਟੀ ਦਾ ਇੱਕ ਕਰਮਠ ਕਾਰਜਕਰਤਾ ਹੋਣ ਦੇ ਨਾਤੇ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਜਿਹੜੀਆਂ ਤੁਹਾਨੂੰ ਤਿੰਨੋਂ ਹੀ ਚੀਜ਼ਾਂ ਗਈਆਂ, ਜਿਹੜੀ ਰੀੜ੍ਹ ਦੀ ਹੱਡੀ ਹੈ ਕਿਸੇ ਵੀ ਸਮਾਜ ਦੇ ਵਿੱਚ, ਇਹ ਰੀੜ੍ਹ ਦੀ ਹੱਡੀ ਹੈ ਸਮਾਜ ਦੀ, ਜੀ ਇਹਦੇ ਵਿੱਚ 100% ਤੁਹਾਨੂੰ ਟਰਾਂਸਫੋਰਮੇਸ਼ਨ ਦਿਖੇਗੀ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਕ ਵਾਰੀ 2022 ਦੇ ਵਿੱਚ ਕਲੀਅਰ ਕੱਟ ਮੈਜੋਰਟੀ ਆ ਜਾਏ, ਤੁਸੀਂ ਦੇਖੋ ਕਿ ਤੁਹਾਨੂੰ ਪੰਜਾਬ ਬਿਲਕੁਲ ਚੇਂਜ ਪੰਜਾਬ ਦਿਖੇਗਾ। ਇਹ ਮੇਰਾ ਐਜ਼ ਅ ਕਾਰਜਕਰਤਾ ਤੌਰ ਤੇ ਮੈਂ ਤੁਹਾਨੂੰ ਵਾਅਦਾ ਕਰਦਾ ਵਾਂ। ਉਹਦੇ ਵਿੱਚ ਅਗਰ ਕੋਈ ਕਮੀਆਂ ਹੋਣਗੀਆਂ, ਉਹਦੇ ਵਿੱਚ ਕੋਈ ਕਮੀਆਂ ਰਹਿਣਗੀਆਂ, ਉਹ ਵੀ ਐਜ਼ ਅ ਕਾਰਜਕਰਤਾ ਅਸੀਂ ਆਪਣੇ ਉੱਪਰ ਲੀਡਰ ਕੋ, ਪ੍ਰਧਾਨ ਮੰਤਰੀ ਜੀ ਕੋ, ਆਪਣੇ ਨੱਡਾ ਜੀ ਕੋ, ਜਿਹੜੇ ਜਿਹੜੇ ਵੀ ਸਾਡੇ ਟੌਪ ਲੀਡਰ ਹੈਗੇ ਆ, ਫੰਡ ਲਿਆਉਣ ਦੀ ਜ਼ਰੂਰਤ ਹੋਏਗੀ, ਫੰਡ ਵੀ ਲਿਆਏ ਜਾਣਗੇ ਔਰ ਅਸੀਂ ਉਹ ਪੂਰੇ ਆਪਣੇ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਾਂਗੇ। 2022 ਦਾ ਇਲੈਕਸ਼ਨ ਸਿਰਫ ਸਾਨੂੰ ਇੱਕ ਵਾਰ ਚਾਂਸ ਦਿੱਤਾ ਜਾਵੇ ਇੰਡੀਪੈਂਡੈਂਟ। ਔਰ ਅੱਜ ਮੈਂ ਤੁਹਾਨੂੰ ਵਿਨਮਰ ਬੇਨਤੀ ਕਰਦੀ ਹਾਂ ਕਿ ਇੱਕ ਗੱਲ ਸੋਚ ਕੇ ਚੱਲੋ, ਸੋਚ ਬਦਲੋ, ਦੇਸ਼ ਬਦਲੇਗਾ। ਅੱਜ ਜ਼ਰੂਰਤ ਹੈ ਤੁਹਾਨੂੰ ਕਿ ਸਾਨੂੰ ਇੱਕ ਵਾਰੀ ਅਜਮਾ ਕੇ ਦੇਖੋ। ਸਾਰੇ ਦੇਸ਼ 'ਚ ਤੁਸੀਂ ਅਜਮਾਇਆ, ਸਾਰੇ ਦੇਸ਼ ਦੀ ਜਨਤਾ 303 ਸੀਟਾਂ ਦੇ ਕੇ ਤੁਹਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਾਇਆ। ਇਹ ਕੋਈ ਛੋਟੀ ਗੱਲ ਨਹੀਂ। ਤਾਂ ਇਹ ਵਿਸ਼ਵਾਸ ਪੰਜਾਬ 'ਚ ਵੀ ਭਾਰਤੀ ਜਨਤਾ ਪਾਰਟੀ ਨੂੰ ਦਿਓ ਤਾਂ ਕਿ ਤੁਹਾਨੂੰ ਅਸੀਂ ਦਿਖਾਈਏ ਕਿ ਅਸੀਂ ਕੀ ਕਰ ਸਕਦੇ ਹਾਂ ਔਰ ਤੁਹਾਡੇ ਲਈ ਕੀ ਫਾਇਦੇਮੰਦ ਹੋਏਗਾ। ਸ਼੍ਰੀ ਅਨੁਜ ਭੰਡਾਰੀ ਜੀ, ਜੋ ਕਿ ਬੀਜੇਪੀ ਦੇ ਇੱਕ ਕਰਮਠ ਨੇਤਾ ਨੇ, ਪੰਜਾਬ ਕਾਰਜਕਾਰਨੀ ਸਮਿਤੀ ਦੇ ਮੈਂਬਰ ਨੇ, ਇਹਨਾਂ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਚਾਹੇ ਉਹ ਅੱਜ ਅਕਾਲੀ ਦਲ ਬੀਜੇਪੀ ਦਾ ਅਲਾਇੰਸ ਟੁੱਟਣ ਦੀ ਗੱਲ ਹੋਵੇ, ਚਾਹੇ ਮਨੀਸ਼ਾ ਦੇ ਗੈਂਗਰੇਪ ਦੀ ਗੱਲ ਹੋਵੇ, ਚਾਹੇ ਪੰਜਾਬ ਦੀ ਜਿਹੜੀ ਕਿਸਾਨੀ ਦੇ ਬਾਰੇ ਗੱਲ ਹੋਵੇ। ਨਾਲ ਹੀ ਆਪਾਂ ਇਹ ਵੀ ਗੱਲ ਕੀਤੀ ਹੈ ਕਿ ਜਿਹੜੀਆਂ 3 ਰੀੜ੍ਹ ਦੀਆਂ ਹੱਡੀਆਂ ਨੇ ਜੋ ਕੇਜਰੀਵਾਲ ਸਰਕਾਰ ਦਿੱਲੀ ਦੇ ਰਹੀ ਹੈ, ਬਿਜਲੀ ਸਸਤੀ, ਐਜੂਕੇਸ਼ਨ ਸਸਤੀ ਤੇ ਹੈਲਥ ਸਿਸਟਮ ਸਹੀ ਹੋਣਾ ਚਾਹੀਦਾ, ਜੋ ਕਿ ਮੇਨ ਜ਼ਰੂਰੀ ਵੀ ਹੈ। ਕਿਉਂਕਿ ਇਨਸਾਨ ਨੂੰ ਅਗਰ 3 ਚੀਜ਼ਾਂ ਜਿਹੜੀਆਂ ਦਰੁਸਤ ਹੋ ਜਾਣ ਤੇ ਸ਼ਾਇਦ ਇਨਸਾਨ ਦੀ ਲਾਈਫ ਵੀ ਵੱਧ ਜਾਏ, ਕਿਉਂਕਿ ਇਸ ਵੇਲੇ ਤਕਰੀਬਨ ਜਿਹੜਾ ਇਨਸਾਨ ਹੈ ਉਹ ਸਟ੍ਰੈਸ ਹੋ ਚੁੱਕਾ ਇਹਨਾਂ ਚੀਜ਼ਾਂ ਦੇ ਉੱਤੇ। ਸੋ ਅਸੀਂ ਉਮੀਦ ਕਰਾਂਗੇ ਕਿ 2022 ਦੇ ਵਿੱਚ ਆਪਣੇ ਵੱਲੋਂ ਵੀ, ਅਸੀਂ ਆਪਣੇ ਚੈਨਲ ਵੱਲੋਂ ਵੀ ਇੱਕ ਉਮੀਦ ਕਰਾਂਗੇ ਕਿ ਦੇਖੋ, ਸਮਝੋ ਤੇ ਫਿਰ ਵੋਟ ਪਾਓ ਕਿ ਤੁਹਾਨੂੰ ਕੌਣ ਤੁਹਾਡੀਆਂ ਜ਼ਰੂਰਤਾਂ ਤੇ ਖੜਾ ਹੁੰਦਾ ਤੇ ਫਿਰ ਤੁਹਾਡੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਂਦਾ। ਧੰਨਵਾਦ।